ਅੱਜ ਕਿਸਾਨੀ ਅੰਦੋਲਨ ਨੂੰ ਲਗਭਗ 2 ਮਹੀਨੇ ਪੂਰੇ ਹੋਣ ਜਾ ਰਹੇ ਹਨ, ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ। ਜਿਹੜੇ ਲੱਖਾਂ ਕਿਸਾਨ ਸਰਦੀ ਦੇ ਵਿੱਚ ਬਾਰਡਰਾਂ ਤੇ ਬੈਠੇ ਲੜ ਰਹੇ 80 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਆ, ਉਹਨਾਂ ਦਾ ਦਰਦ ਨਹੀਂ ਗਾ। ਕਿਸਾਨੀ ਦੇ ਨਾਲ ਸੰਬੰਧਿਤ ਲੋਕ ਨੇ, ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਕਿਸਾਨ ਆ, ਉਹਨਾਂ ਦਾ ਰੋਜ਼ਗਾਰ ਉਹਨਾਂ ਕੋਲ ਖੋਇਆ ਜਾ ਰਿਹਾ, ਉਹਦਾ ਸਰਕਾਰ ਨੂੰ ਫਿਕਰ ਨਹੀਂ। ਸਰਕਾਰ ਨੂੰ ਇਸ ਵੇਲੇ ਫਿਕਰ ਆ ਸਿਰਫ ਅਰਨਬ ਗੋਸਵਾਮੀ ਨੂੰ ਬਚਾਉਣ ਦਾ। ਵੇਖੋ, ਸਾਡੇ 44 ਪੁਲਵਾਮਾ ਹਮਲੇ ਦੇ ਵਿੱਚ ਲੋਕ ਮਾਰੇ ਗਏ। ਅਰਨਬ ਗੋਸਵਾਮੀ ਨੂੰ ਕਿੱਦਾਂ ਪਹਿਲਾਂ ਪਤਾ ਸੀਗਾ ਕਿ ਉੱਥੇ ਹਮਲਾ ਹੋਣਾ ਵਾ? ਮੈਂ ਸਮਝਦਾ ਕਿ NIA ਨੂੰ ਨੋਟਿਸ ਕਿਸਾਨਾਂ ਨੂੰ ਨਹੀਂ ਭੇਜਣੇ ਚਾਹੀਦੇ, ਅਰਨਬ ਗੋਸਵਾਮੀ ਨੂੰ ਭੇਜਣੇ ਚਾਹੀਦੇ ਆ, ਜਿਹਨੇ ਦੇਸ਼ ਦੀ ਸੁਰੱਖਿਆ ਦੇ ਨਾਲ ਸਮਝੌਤਾ ਕੀਤਾ। ਜਿਹੜੇ ਇਹ ਮੰਤਰੀ ਨੇ, ਮੈਂ ਅੱਗੇ ਵੀ ਕਹਿ ਚੁੱਕਿਆ, ਬੜੇ ਨਾਕਾਬਿਲ ਮੰਤਰੀ ਆ, ਨਰਿੰਦਰ ਸਿੰਘ ਤੋਮਰ ਤੇ ਪਿਊਸ਼ ਗੋਇਲ, ਜਿਨ੍ਹਾਂ ਦਾ ਇੱਕ ਮਰਲਾ ਜ਼ਮੀਨ ਹੈ ਨਹੀਂ। ਜਿਹੜੇ ਆ ਭਾਜਪਾ ਦੇ ਲੀਡਰ ਨੇ, ਉਹਨਾਂ ਦੀ ਜ਼ਮੀਰ ਤੇ ਆਤਮਾ ਉਹਨਾਂ ਦੀਆਂ ਦੋਵੇਂ ਮਰ ਚੁੱਕੀਆਂ ਨੇ। ਕਿ ਦੇਸ਼ ਦੇ ਲੋਕਾਂ ਨੂੰ ਇਹੋ ਜਿਹੇ ਆਗੂਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ, ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਵਾਪਸ ਤੋਰਨਾ ਚਾਹੀਦਾ। ਜੋ 26 ਜਨਵਰੀ ਨੂੰ ਟਰੈਕਟਰ ਮਾਰਚ ਹੋਣ ਜਾ ਰਿਹਾ, ਉਹਦੇ ਬਾਰੇ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ? ਕਿ ਆਪਣੀ ਅੱਖਾਂ ਤੇ ਕੰਨ ਖੁੱਲੇ ਰੱਖਿਓ, ਕਿਉਂਕਿ ਇਹ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਜਾਂ ਜਿਹੜੇ ਗੰਦੇ ਤੱਤਵ ਨੇ ਉਹਨਾਂ ਰਾਹੀਂ ਕੋਈ ਗੜਬੜ ਕਰਾ ਸਕਦੀ। ਇਸ ਬਾਰੇ ਵੀ ਥੋੜਾ ਸੁਚੇਤ ਰਹਿਣ। ਡਿੰਪਾ ਜੀ, ਫਰਵਰੀ ਦੇ ਵਿੱਚ ਲੋਕਡਾਊਨ ਸ਼ੁਰੂ ਹੋਇਆ ਸੀ, ਕਰੋਨਾ ਮਹਾਮਾਰੀ ਦਾ ਜਿਹੜਾ ਪ੍ਰਕੋਪ ਸ਼ੁਰੂ ਹੋਇਆ ਸੀ। ਜੇਕਰ ਮਾਰਚ, ਅਪ੍ਰੈਲ, ਮਈ ਦੀ ਗੱਲ ਕਰੀਏ ਤੇ ਜਿਹੜੀ ਸਿੱਖ ਕੌਮ ਦੇ ਲੰਗਰਾਂ ਦੀ ਜੋ ਸ਼ਲਾਘਾ ਕੀਤੀ ਜਾਂਦੀ ਸੀ, ਜੋ ਕੌਮ ਨੂੰ ਸੇਵਾ ਕੀਤੀ ਜਾ ਰਹੀ ਸੀ, ਪੂਰੀ ਦੁਨੀਆ 'ਚ ਇਹਦੀ ਸ਼ਲਾਘਾ ਕੀਤੀ ਗਈ। ਹਾਲਾਂਕਿ ਤੁਸੀਂ ਜੰਤਰ ਮੰਤਰ ਤੇ ਬੈਠੇ ਹੋ, ਗੁਰਦੁਆਰਾ ਬੰਗਲਾ ਸਾਹਿਬ ਦੇ ਆਸੇ-ਪਾਸੇ ਵੀ ਪੁਲਿਸ ਨੇ ਜੋ ਪਰਿਕਰਮਾ ਕਰਕੇ ਸਲੂਟ ਕੀਤਾ ਸੀਗਾ। ਇੱਕਦਮ 2-4 ਮਹੀਨਿਆਂ ਦੇ ਵਿੱਚ ਇਸ ਕੌਮ ਨੂੰ ਜੋ ਹੈ ਅੱਤਵਾਦੀ ਦਾ ਕਰਾਰ ਦਿੱਤਾ ਜਾ ਰਿਹਾ, ਵੱਖਵਾਦੀ ਦਾ ਕਰਾਰ ਦਿੱਤਾ ਜਾ ਰਿਹਾ। ਅਸੀਂ ਕਰਮਾਂ ਵਾਲੇ ਆ ਜਿਹੜੇ ਇਸ ਮਹਾਨ ਧਰਮ ਦੇ ਵਿੱਚ ਅਸੀਂ ਜਨਮ ਲਿਆ। ਜਦੋਂ ਕਿਸਾਨੀ ਅੰਦੋਲਨ ਚੱਲਿਆ, ਖਾਲਿਸਤਾਨੀ ਕਿਹਾ, ਮਾਓਵਾਦੀ ਕਿਹਾ, ਚੀਨ ਤੇ ਪਾਕਿਸਤਾਨ ਦਾ ਫੰਡਡ ਕਿਹਾ, ਐਂਟੀ ਨੈਸ਼ਨਲ ਕਹਿ ਕੇ ਕਈ ਕੁਝ ਕਹਿੰਦੇ ਰਹੇ। ਇਹਨਾਂ ਲੋਕਾਂ ਦੀ ਪਰਵਾਹ ਨਹੀਂ ਗੀ ਸਾਨੂੰ। ਅੱਜ ਕਿਸਾਨੀ ਅੰਦੋਲਨ ਨੂੰ ਲਗਭਗ 2 ਮਹੀਨੇ ਪੂਰੇ ਹੋਣ ਜਾ ਰਹੇ ਹਨ, ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਮੈਂਬਰ ਪਾਰਲੀਮੈਂਟ ਸਰਦਾਰ ਡਿੰਪਾ ਜੀ ਨਾਲ ਗੱਲ ਕਰਦੇ ਆ, ਜਸਵੀਰ ਸਿੰਘ ਡਿੰਪਾ ਜੀ ਨਾਲ ਗੱਲ ਕਰਦੇ ਆ। ਡਿੰਪਾ ਜੀ, ਕੀ ਕਾਰਨ ਸਰਕਾਰ ਕਿਉਂ ਅੜੀ ਹੋਈ ਜਿੱਤ ਤੇ? ਸਰਕਾਰ ਨੂੰ ਜਿਹੜੇ ਲੱਖਾਂ ਕਿਸਾਨ ਇਸ ਸਰਦੀ ਦੇ ਵਿੱਚ ਬਾਰਡਰਾਂ ਤੇ ਬੈਠੇ ਲੜ ਰਹੇ 80 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਆ, ਉਹਨਾਂ ਦਾ ਦਰਦ ਨਹੀਂ ਗਾ, ਉਹਨਾਂ ਦਾ ਫਿਕਰ ਨਹੀਂ ਗਾ। ਉਹਨਾਂ ਨੂੰ ਬਚਾਉਣ ਦੀ ਕੋਈ ਉਹਨਾਂ ਸਰਕਾਰ ਵੱਲੋਂ ਉਪਰਾਲਾ ਨਹੀਂ ਕੀਤਾ ਜਾ ਰਿਹਾ। ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਲੋਕ ਨੇ, ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਕਿਸਾਨ ਆ, ਉਹਨਾਂ ਦਾ ਰੋਜ਼ਗਾਰ ਉਹਨਾਂ ਕੋਲ ਖੋਇਆ ਜਾ ਰਿਹਾ, ਉਹਦਾ ਸਰਕਾਰ ਨੂੰ ਫਿਕਰ ਨਹੀਂ। ਸਰਕਾਰ ਨੂੰ ਇਸ ਵੇਲੇ ਫਿਕਰ ਆ ਸਿਰਫ ਅਰਨਬ ਗੋਸਵਾਮੀ ਨੂੰ ਬਚਾਉਣ ਦਾ। ਅਰਨਬ ਗੋਸਵਾਮੀ ਜਿਸ ਨੇ ਹਰ ਸ਼ਰਮ ਲਾਤੀ ਆ, ਧੋਖੇਬਾਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਗਿਆ, ਜਿਸ ਨੇ ਸਾਡੀ ਸੁਰੱਖਿਆ ਨੂੰ ਖਤਰੇ 'ਚ ਪਾ ਕੇ, ਦੇਸ਼ ਦੀ ਆਰਮੀ ਨੂੰ ਖਤਰੇ 'ਚ ਪਾ ਕੇ, ਉਸ ਨੇ ਸਾਡੇ ਦੇਸ਼ ਦਾ ਖਿਲਵਾੜ ਕੀਤਾ ਹੈ, ਉਹਨੂੰ ਬਚਾ ਰਹੀ ਆ ਸਰਕਾਰ। ਵੇਖੋ, ਸਾਡੇ 44 ਪੁਲਵਾਮਾ ਹਮਲੇ ਦੇ ਵਿੱਚ ਲੋਕ ਮਾਰੇ ਗਏ। ਅਰਨਬ ਗੋਸਵਾਮੀ ਨੂੰ ਕਿੱਦਾਂ ਪਹਿਲਾਂ ਪਤਾ ਸੀਗਾ ਕਿ ਉੱਥੇ ਹਮਲਾ ਹੋਣਾ ਵਾ? ਅਰਨਬ ਗੋਸਵਾਮੀ ਨੂੰ ਕਿੱਦਾਂ ਪਤਾ ਸੀ ਵੀ ਪਹਿਲਾਂ 에ਅਰ ਸਟ੍ਰਾਈਕਸ ਹੋਣੀਆਂ? ਇਸ ਤੋਂ ਇਹ ਸਮਝ ਆਉਂਦੀ ਹੈ ਕਿ ਇਹੋ ਜਿਹੇ ਲੋਕ ਜਿਹੜੇ ਆ, ਉਹ ਇਸ ਸਰਕਾਰ ਦੀ ਛਤਰ ਛਾਇਆ ਹੇਠ ਲੋਕਾਂ ਨਾਲ ਧੋਖਾ ਕਰ ਰਹੇ। ਮੈਂ ਸਮਝਦਾ ਕਿ NIA ਨੂੰ ਨੋਟਿਸ ਕਿਸਾਨਾਂ ਨੂੰ ਨਹੀਂ ਭੇਜਣੇ ਚਾਹੀਦੇ, ਪੱਤਰਕਾਰਾਂ ਨੂੰ ਨਹੀਂ ਭੇਜਣੇ ਚਾਹੀਦੇ, ਸਮਾਜ ਸੇਵੀਆਂ ਨੂੰ ਨਹੀਂ ਭੇਜਣੇ ਚਾਹੀਦੇ। ਉਹਨਾਂ ਨੂੰ ਨੋਟਿਸ NIA ਨੂੰ, ਅਰਨਬ ਗੋਸਵਾਮੀ ਨੂੰ ਭੇਜਣੇ ਚਾਹੀਦੇ ਆ, ਜਿਹਨੇ ਦੇਸ਼ ਦੀ ਸੁਰੱਖਿਆ ਦੇ ਨਾਲ ਸਮਝੌਤਾ ਕੀਤਾ। ਜਿਹੜੇ ਇਹ ਮੰਤਰੀ ਨੇ, ਮੈਂ ਅੱਗੇ ਵੀ ਕਹਿ ਚੁੱਕਿਆ, ਬੜੇ ਨਾਕਾਬਿਲ ਮੰਤਰੀ ਆ, ਨਰਿੰਦਰ ਸਿੰਘ ਤੋਮਰ ਤੇ ਪਿਊਸ਼ ਗੋਇਲ,
ਜਿਨ੍ਹਾਂ ਦਾ ਇੱਕ ਮਰਲਾ ਜ਼ਮੀਨ ਹੈ ਨਹੀਂ, ਜਿਨ੍ਹਾਂ ਕਦੀ ਖੇਤੀ ਨਹੀਂ ਕੀਤੀ, ਜਿਹਨੂੰ ਜ਼ਮੀਨ ਬਾਰੇ, ਕਿਸਾਨ ਦੀ ਜ਼ਿੰਦਗੀ ਬਾਰੇ, ਖੇਤ ਬਾਰੇ, ਫਸਲਾਂ ਬਾਰੇ ਕੋਈ ਨੌਲੇਜ ਨਹੀਂ, ਕਿਸਾਨ ਵੱਲੋਂ ਜੋ ਕਠਿਨਾਈਆਂ ਉਹਨਾਂ ਦੇ ਸਾਹਮਣੇ ਆ ਰਿਹਾ ਉਹਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ, ਨਾ ਹੀ ਉਹਨਾਂ ਨੂੰ ਮੇਰੇ ਹਿਸਾਬ ਨਾਲ ਐਡਾ ਵੱਡਾ ਉਹਨਾਂ ਦਾ ਰੁਤਬਾ ਵਾ ਕਿ ਉਹ ਕੋਈ ਨਰਿੰਦਰ ਮੋਦੀ ਜੀ ਨੂੰ ਜਾਂ ਅਮਿਤ ਸ਼ਾਹ ਜੀ ਨੂੰ ਇਹ ਕਹਿ ਸਕਣ ਕਿ ਅਸੀਂ ਇਹਦਾ ਹੱਲ ਇੱਦਾਂ ਨਹੀਂ ਇੱਦਾਂ ਕਰ ਲਈਏ। ਮੈਂ ਤੇ ਅੱਗੇ ਵੀ ਕਿਹਾ ਇਹ ਫੈਸਲਾ ਉਦਣ ਹੋਣਾ ਵਾ ਜਿਸ ਦਿਨ ਅਮਿਤ ਸ਼ਾਹ ਜੀ ਤੇ ਨਰਿੰਦਰ ਮੋਦੀ ਜੀ ਉਹਨਾਂ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਸੋ ਮੈਨੂੰ ਜ਼ਿਆਦਾ ਆਸ ਹੈ ਨਹੀਂ ਕਿ ਜਿਹੜੀ ਇੱਦਾਂ ਦੀ ਜਿਹੜੀ ਆ ਮੀਟਿੰਗ ਹੋਣ ਵਾਲੀ ਹੈ। ਡਿੰਪਲ ਜੀ, ਤੁਸੀਂ ਦੱਸ ਰਹੇ ਸੀ ਵੀ ਕ੍ਰਿਸ਼ੀ ਮੰਤਰੀ ਜਿਹੜੇ ਖੁਦ ਨੇ ਉਹਨਾਂ ਕੋਲ ਇੱਕ ਮਰਲਾ ਵੀ ਜ਼ਮੀਨ ਨਹੀਂ ਹੈਗੀ, ਪਰ ਜੇਕਰ ਤੁਸੀਂ ਦਿੱਲੀ ਦੇ ਵਿੱਚ ਧਰਨਾ ਲਾਇਆ, ਦਿੱਲੀ ਦੇ ਜੋ ਲੋਕ ਹਨ ਇਹਨਾਂ ਦਾ ਵੀ ਕੀਤਾ ਕਿ ਕਿਸਾਨੀ ਨਹੀਂ ਹੈ, ਪਰ ਇਹਨਾਂ ਵੱਲੋਂ ਬੜਾ ਭਰਵਾਂ ਜਿਹੜਾ ਹੁੰਗਾਰਾ ਮਿਲ ਰਿਹਾ ਬਾਰਡਰਾਂ ਦੇ ਉੱਤੇ। ਕੀ ਲੱਗਦਾ ਹੈ ਕਿ ਸਰਕਾਰ ਜਿਹੜਾ ਰੱਦ ਕਰਨ ਨੂੰ ਤਿਆਰ ਨਹੀਂ ਹੈ, ਪਰ ਜਿਹੜੇ ਕਿਸਾਨ ਭਾਈਚਾਰਾ ਉਹ ਰੱਦ ਦੇ ਜਿੱਤੇ ਹੀ ਅੜਿਆ ਹੋਇਆ? ਕੀ ਲੱਗਦਾ ਕੀ ਸਿੱਟਾ ਨਿਕਲੇਗਾ? ਦੇਖੋ, ਇਹ ਕਿਸਾਨ ਦੀ ਹਮਾਇਤ ਕਰ ਰਹੇ ਨੇ ਉਹ ਲੋਕ ਨੇ ਜਾਗਦੀਆਂ ਜ਼ਮੀਰਾਂ ਵਾਲੇ, ਜਿਨ੍ਹਾਂ ਨੂੰ ਤੁਹਾਡੇ ਵਰਗੇ ਪੰਥ ਦਰਦੀ, ਕਿਸਾਨ ਦਰਦੀ, ਜਿਨ੍ਹਾਂ ਨੂੰ ਇਹ ਕਿਸਾਨ ਵੱਲੋਂ ਜੋ ਸਖਤ ਮਿਹਨਤ ਕੀਤੀ ਜਾ ਰਹੀ ਹੈ, ਕਿਸਾਨ ਵੱਲੋਂ ਜੋ ਘਾਲਣਾ ਘਾਲੀ ਜਾ ਰਹੀ ਹੈ, ਸਰਕਾਰ ਕਿਸਾਨ ਦੀ ਜੋ ਇਸ ਦੇਸ਼ ਨੂੰ ਅੱਗੇ ਚੁੱਕਣ ਵਾਸਤੇ ਜੋ ਕਿਸਾਨ ਦਾ ਰੋਲ ਹੈ, ਜਿਨ੍ਹਾਂ ਨੂੰ ਉਹਦੇ ਬਾਰੇ ਪਤਾ ਹੈ, ਉਹ ਕਿਸਾਨ ਦੀ ਹਮਾਇਤ ਤੇ ਨੇ। ਪਰ ਜਿਹੜੇ ਆ ਭਾਜਪਾ ਦੇ ਲੀਡਰ ਨੇ ਜਿਹੜੇ ਗਲਤ ਬੋਲਦੇ ਨੇ, ਗਲਤ ਬਿਆਨੀ ਕਰਦੇ ਕਿਸਾਨ ਦੇ ਖਿਲਾਫ, ਉਹਨਾਂ ਦੀ ਜ਼ਮੀਰ ਤੇ ਆਤਮਾ ਉਹਨਾਂ ਦੀਆਂ ਦੋਵੇਂ ਮਰ ਚੁੱਕੀਆਂ ਨੇ। ਮੈਂ ਸਮਝਦਾ ਵਾਂ ਕਿ ਦੇਸ਼ ਦੇ ਲੋਕਾਂ ਨੂੰ ਇਹੋ ਜਿਹੇ ਆਗੂਆਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਜਦੋਂ ਵੀ ਇਹ ਲੋਕ ਕਦੀ ਵੀ ਵੋਟ ਮੰਗਣ ਆਉਣ, ਇਹਨਾਂ ਨੂੰ ਜਿਹੜਾ ਵਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਕੇ ਵਾਪਸ ਤੋਰਨਾ ਚਾਹੀਦਾ। ਡਿੰਪਲ ਜੀ, ਜੋ 26 ਜਨਵਰੀ ਨੂੰ ਟਰੈਕਟਰ ਮਾਰਚ ਹੋਣ ਜਾ ਰਿਹਾ, ਉਹਦੇ ਬਾਰੇ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ? ਕਿਸਾਨ ਜਥੇਬੰਦੀਆਂ ਬੜਾ ਸਿਆਣਾ ਫੈਸਲਾ ਲੈਂਦੇ, ਉਹਨਾਂ ਪਹਿਲਾਂ ਕਹਿਤਾ ਅਸੀਂ ਦਿੱਲੀ ਦੇ ਬਾਰ-ਬਾਰ ਕੱਢਾਂਗੇ। ਬਸ ਮੇਰੀ ਇੰਨੀ ਬੇਨਤੀ ਹੈ ਕਿ ਇਸ ਦੇ ਵਿੱਚ ਬਿਲਕੁਲ ਡਿਸਪਲਿਨ ਰੱਖਣਾ ਚਾਹੀਦਾ, ਖਾਸ ਕਰ ਨੌਜਵਾਨਾਂ ਨੂੰ ਤਾਕੀਦ ਕਰਨੀ ਚਾਹੀਦੀ ਆ ਕਿ ਬਿਲਕੁਲ ਵਚਨਬੱਧ ਤਰੀਕੇ ਨਾਲ, ਇਮਾਨਦਾਰ ਤਰੀਕੇ ਨਾਲ, ਅਨੁਸ਼ਾਸਨਬੱਧ ਤਰੀਕੇ ਨਾਲ ਮਾਰਚ ਕੱਢਣ। ਉਹਨਾਂ ਦੇ ਬੋਲਾਂ ਤੋਂ ਜਾਂ ਉਹਨਾਂ ਦੇ ਐਕਸ਼ਨ ਤੋਂ ਕਿਸੇ ਨੂੰ ਕੋਈ ਠੇਸ ਨਾ ਪਹੁੰਚੇ। ਪਰ ਇੱਕ ਗੱਲ ਮੈਂ ਬਹੁਤ ਜ਼ਰੂਰੀ ਕਿਸਾਨ ਜਥੇਬੰਦੀਆਂ ਨੂੰ ਕਹਿ ਦੇਣੀ ਚਾਹੁੰਦਾ ਕਿ ਆਪਣੀ ਅੱਖਾਂ ਤੇ ਕੰਨ ਖੁੱਲ੍ਹੇ ਰੱਖਿਓ, ਕਿਉਂਕਿ ਇਹ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਜਾਂ ਜਿਹੜੇ ਗੰਦੇ ਤੱਤਵ ਨੇ ਉਹਨਾਂ ਰਾਹੀਂ ਕੋਈ ਗੜਬੜ ਕਰਾ ਸਕਦੀ। ਇਸ ਬਾਰੇ ਵੀ ਥੋੜਾ ਸੁਚੇਤ ਰਹਿਣ। ਡਿੰਪਲ ਜੀ, ਫਰਵਰੀ ਦੇ ਵਿੱਚ ਲੋਕਡਾਊਨ ਸ਼ੁਰੂ ਹੋਇਆ ਸੀ, ਕਰੋਨਾ ਮਹਾਮਾਰੀ ਦਾ ਜਿਹੜਾ ਪ੍ਰਕੋਪ ਸ਼ੁਰੂ ਹੋਇਆ ਸੀ। ਜੇਕਰ ਮਾਰਚ, ਅਪ੍ਰੈਲ, ਮਈ ਦੀ ਗੱਲ ਕਰੀਏ ਤੇ ਜਿਹੜੀ ਸਿੱਖ ਕੌਮ ਦੇ ਲੰਗਰਾਂ ਦੀ ਜੋ ਸ਼ਲਾਘਾ ਕੀਤੀ ਜਾਂਦੀ ਸੀ, ਜੋ ਕੌਮ ਨੂੰ ਸੇਵਾ ਕੀਤੀ ਜਾ ਰਹੀ ਸੀ, ਪੂਰੀ ਦੁਨੀਆ 'ਚ ਇਹਦੀ ਸ਼ਲਾਘਾ ਕੀਤੀ ਗਈ ਹੈ। ਹਾਲਾਂਕਿ ਤੁਸੀਂ ਜੰਤਰ ਮੰਤਰ ਤੇ ਬੈਠੇ ਹੋ, ਗੁਰਦੁਆਰਾ ਬੰਗਲਾ ਸਾਹਿਬ ਦੇ ਆਸੇ-ਪਾਸੇ ਵੀ ਪੁਲਿਸ ਨੇ ਜੋ ਪਰਿਕਰਮਾ ਕਰਕੇ ਸਲੂਟ ਕੀਤਾ ਸੀਗਾ। ਇੱਕਦਮ 2-4 ਮਹੀਨਿਆਂ ਦੇ ਵਿੱਚ ਇਸ ਕੌਮ ਨੂੰ ਜੋ ਹੈ ਆਤੰਕਵਾਦੀ ਦਾ ਕਰਾਰ ਦਿੱਤਾ ਜਾ ਰਿਹਾ, ਵੱਖਵਾਦੀ ਦਾ ਕਰਾਰ ਦਿੱਤਾ ਜਾ ਰਿਹਾ, ਇਹਦੇ ਬਾਰੇ ਕੀ ਕਹੋਗੇ? ਦੇਖੋ, ਅੱਜ ਵੀ ਅਸੀਂ ਕਰਮਾਂ ਵਾਲੇ ਆ ਜਿਹੜੇ ਇਸ ਮਹਾਨ ਧਰਮ ਦੇ ਵਿੱਚ ਅਸੀਂ ਜਨਮ ਲਿਆ। ਸਾਨੂੰ ਗੁਰੂਆਂ ਦਾ ਸਜਦਾ ਕਰਨ ਦਾ ਮੌਕਾ ਮਿਲਿਆ, ਜਿਹੜਾ ਗੁਰੂ ਜੀ ਦੇ ਦਰਸਾਏ ਪੈਂਡੇ ਤੇ ਚੱਲਣ ਦਾ ਮੌਕਾ ਮਿਲਿਆ। ਸਿੱਖ ਕੌਮ ਨੇ ਇੱਥੇ ਨਹੀਂ, ਹਮੇਸ਼ਾ ਹੀ ਜਦੋਂ ਆਫਤ ਆਈ ਆ, ਭਾਵੇਂ ਬਾਰਡਰਾਂ ਤੇ ਆਈ ਹੋਵੇ, ਕੋਈ ਜੰਗ ਹੋਵੇ, ਉੱਥੇ ਵੀ ਇਹਨਾਂ ਨੇ ਆਪਣਾ ਹਿੱਕ ਢਾਹ ਕੇ ਜਿਹੜਾ ਦੇਸ਼ ਦੇ ਦੁਸ਼ਮਣ ਦਾ ਸਾਹਮਣਾ ਕੀਤਾ। ਭਾਵੇਂ ਗੁਜਰਾਤ ਦੇ ਵਿੱਚ ਭੁਚਾਲ ਆਇਆ ਹੈ, ਭਾਵੇਂ ਨੇਪਾਲ 'ਚ ਭੁਚਾਲ ਆਇਆ ਹੈ, ਭਾਵੇਂ ਉੜੀਸਾ 'ਚ ਚੱਕਰਵਾਤ ਤੂਫਾਨ ਆਇਆ ਸੀ। ਇਹ ਸਿੱਖ ਦੀ ਜਿਹੜੀ ਲੰਗਰ ਦੀ, ਸਿੱਖਾਂ ਦੀ ਮਰਿਆਦਾ, ਉਸ ਨੇ ਭਰਪੂਰ ਯੋਗਦਾਨ ਪਾਇਆ। ਉਹਨਾਂ ਵੱਲੋਂ ਜਿਹੜਾ ਵਾ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹੇ ਗਏ, ਬੇਅੰਤ ਲੱਖਾਂ ਹੀ ਲੋਕਾਂ ਨੂੰ ਲੰਗਰ ਛਕਾਇਆ ਗਿਆ। ਇੱਥੇ ਨਹੀਂ, ਇਹ ਉਹਨਾਂ ਨੇ ਅਮਰੀਕਾ 'ਚ ਵੀ ਕੀਤਾ। ਇਹ ਉਹਨਾਂ ਨੇ ਜਿੱਥੇ ਜਿੱਥੇ ਲੋੜ ਪਈ ਉੱਥੇ ਉੱਥੇ ਲੰਗਰ ਦੀ ਕੀਤਾ। ਇਸ ਕਰੋਨਾ ਮਹਾਮਾਰੀ 'ਚ ਬਹੁਤ ਵੱਡਾ ਯੋਗਦਾਨ ਰਿਹਾ। ਇਹ ਵੇਖੋ, ਅੱਜ ਵੀ ਲੋਕ ਜਿਹੜੇ ਆ ਇਹਨਾਂ ਨੂੰ ਸਜਦਾ ਕਰਦੇ। ਇਸ ਪ੍ਰਥਾ ਦੀ ਜਿਹੜੀ ਆ ਅੱਜ ਵੀ ਬਹੁਤ ਸ਼ਲਾਘਾ ਹੁੰਦੀ ਆ। ਬਟ ਸਰਕਾਰ ਤੇ ਇਹਨਾਂ ਦੇ ਕੁਝ ਇਹਨਾਂ ਦੇ ਨਾਲ ਜਿਹੜੇ ਜੁੜੇ ਲੋਕ ਨੇ, ਉਹਨਾਂ ਨੇ ਹਮੇਸ਼ਾ ਹੀ ਕੋਈ ਨਾ ਕੋਈ ਇਸ ਅੰਦੋਲਨ ਨੂੰ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੀ ਇਹ। ਚਾਹੇ NRC ਦਾ ਅੰਦੋਲਨ ਚੱਲਿਆ, ਉਹਦੇ ਵਿੱਚ ਕੀ ਹੋਇਆ?
ਪਹਿਲਾਂ ਉਹਨਾਂ ਨੂੰ ਐਂਟੀ ਸੋਸ਼ਲ ਕਿਹਾ, ਕਈ ਕੁਝ ਕਿਹਾ, ਅਸਲ 'ਚ ਉਹਨੂੰ ਦਬਾ ਦਿੱਤਾ ਗਿਆ। ਹੁਣ ਵੀ ਜਦੋਂ ਕਿਸਾਨੀ ਅੰਦੋਲਨ ਚੱਲਿਆ, ਖਾਲਿਸਤਾਨੀ ਕਿਹਾ, ਮਾਓਵਾਦੀ ਕਿਹਾ, ਚੀਨ ਤੇ ਪਾਕਿਸਤਾਨ ਦਾ ਫੰਡਡ ਕਿਹਾ, ਐਂਟੀ ਸੋਸ਼ਲ, ਐਂਟੀ ਨੈਸ਼ਨਲ ਕਹਿ ਕੇ ਕਈ ਕੁਝ ਕਹਿੰਦੇ ਰਹੇ। ਇਹਨਾਂ ਲੋਕਾਂ ਦੀ ਪਰਵਾਹ ਨਹੀਂ ਗੀ ਸਾਨੂੰ। ਅਸੀਂ ਆਪਣਾ ਚੰਗਾ ਕੰਮ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਰਹਿਣਾ, ਤੇ ਸਾਰੀ ਦੁਨੀਆ ਇਸ ਚੀਜ਼ ਦੀ ਲੰਗਰ ਦੀ ਸ਼ਲਾਘਾ ਕਰਦੀ ਰਹੂ। ਸਿੱਖਾਂ ਲਈ ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਆ ਕਿ ਜਿਹਨੂੰ ਰਵੀ ਸਿੰਘ ਹੋਣਾ ਦੀ ਖਾਲਸਾ ਏਡ, ਜਿਨ੍ਹਾਂ ਨੇ ਦੁਨੀਆ ਦੇ ਹਰ ਕੋਨੇ ਤੇ ਜਿੱਥੇ ਕਿਤੇ ਵੀ ਆਫਤ ਆਈ ਆ, ਉਹਨਾਂ ਨੇ ਆਪਣੀ ਸੇਵਾ ਨਿਭਾਈ ਆ। ਅੱਜ ਉਹਨਾਂ ਨੂੰ ਨੋਬਲ ਪੁਰਸਕਾਰ ਦੀ ਜਿਹੜਾ ਨਾਮਜ਼ਦ ਕੀਤਾ ਜਾਣਾ, ਇਹ ਸਾਡੇ ਲਈ ਬੜੀ ਗੌਰਵਮਈ ਗੱਲ ਆ, ਕਿਉਂਕਿ ਇਸ ਸਰਕਾਰ ਦੇ ਕੁਝ ਚੇਲੇ ਚਾਪਟਿਆਂ ਨੇ ਤੇ ਉਹਨਾਂ ਦੇ ਬਾਰੇ ਵੀ ਬੁਰਾ ਕਿਹਾ ਸੀ, ਪਰ ਇਸ ਗੱਲ ਤੇ ਮੋਹਰ ਲੱਗਦੀ ਹੈ ਕਿ ਗੁਰੂ ਦੇ ਰਸਤੇ ਚੱਲ ਕੇ ਜਦੋਂ ਕੌਮ ਲੋਕ ਸੇਵਾ ਤੇ ਪਹਿਰਾ ਦਿੰਦੀ ਹੈ ਤੇ ਉਹਨੂੰ ਹਮੇਸ਼ਾ ਹੀ ਦੋਵੇਂ ਹੱਥੀ ਛਾਵਾਂ ਹੁੰਦੀਆਂ। ਡਿੰਪਾ ਜੀ, 29 ਜਨਵਰੀ ਨੂੰ ਭਾਰਤ ਦੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ, ਕੀ ਲੱਗਦਾ ਇਸ ਵਾਰ ਸੈਸ਼ਨ ਕਿਸ ਤਰ੍ਹਾਂ ਦਾ ਰਹੇਗਾ? ਜਿਸ ਤਰ੍ਹਾਂ ਦੇ ਮਾਹੌਲ ਨੇ ਕਾਨੂੰਨਾਂ ਨੂੰ ਲੈ ਕੇ, ਕਿਸ ਤਰ੍ਹਾਂ ਪਾਰਲੀਮੈਂਟ ਹੋਏਗੀ? ਦੇਖੋ, ਜਦੋਂ ਇਹ ਕਾਨੂੰਨ ਇਹ ਲੈ ਕੇ ਆਏ ਸੀ, ਉਦੋਂ ਵੀ ਅਸੀਂ ਡਟ ਕੇ ਵਿਰੋਧ ਕੀਤਾ ਸੀ ਇਹਦਾ, ਕਾਲੇ ਚੋੜੇ ਵੀ ਪਾਏ ਸੀ ਅਸੀਂ, ਜੋ ਹੋ ਸਕਿਆ ਸੀ ਉਹ ਬਿੱਲ ਵੀ ਸਾੜੇ, ਅਸੀਂ ਹਰ ਥਾਂ ਵਿਰੋਧ ਕੀਤਾ, ਪਾਰਲੀਮੈਂਟ 'ਚ ਜ਼ੋਰਦਾਰ ਆਵਾਜ਼ ਚੁੱਕੀ। ਉਦੋਂ ਤੇ ਅਸੀਂ ਪੰਜਾਬ ਵਾਲੇ ਸੀ, ਹੁਣ ਤਾਂ ਸਾਰੇ ਦੇਸ਼ ਦੇ ਆਪੋਜੀਸ਼ਨ ਦੇ MP ਸਾਡੇ ਨਾਲ ਜੁੜ ਗਏ, ਇੱਥੋਂ ਤੱਕ ਕਿ BJP ਦੇ ਆਪ ਦੇ 2 ਹਮਾਇਤੀ, ਅਕਾਲੀ ਦਲ ਪਹਿਲਾਂ ਗਿਆ, ਹਨੂਮਾਨ ਜੀ ਬੈਲੀਵਾਲ ਦੂਜੇ ਗਏ, ਇਹੋ ਜਿਹੇ ਲੋਕ ਸਾਡੇ ਨਾਲ ਹੋਰ ਜੁੜੇ ਆ। ਇਸ ਦਾ ਹੋਰ ਡਟ ਕੇ ਵਿਰੋਧ ਕਰਾਂਗੇ ਤੇ ਇਸ ਬਿੱਲ ਜਦੋਂ ਤੱਕ ਵਾਪਸ ਨਹੀਂ ਹੁੰਦੇ, ਸਾਡੀ ਲੜਾਈ 'ਚ ਕੋਈ ਕਮੀ ਨਹੀਂ ਆਊਗੀ, ਸਾਡੇ ਪਹਿਰੇ ਤੇ ਕੋਈ ਕਮੀ ਨਹੀਂ ਆਊਗੀ। ਥੈਂਕ ਯੂ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ TV ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।